चुकै। जन्म मरण दुख जाए, जब लो नहीं भाग लिलारे उदय, तब लो परमते फिरते बहुधायो। अल घोर समुद्र में बूढ़त थे, कब हूँ मिट है नहीं रे पछतायो। तत् विचार यह मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ न आयो। तरण गगन नवखंड मह जोत स्वरूपी रह्यो पर, अन मथुरा किछ भेद नहीं, गुरु अर्जन प्रतख हर। कहाँ बुद्ध प्रभ तुच्छ हमारी, वर्ण सकै महिमा जो तिहारी। हम न सख्त कर सिफत तुम्हारी, आप लिहो तुम कथा सुधारी। सतनाम श्री वाहे गुरु साहिब जी। राग माज अष्टपदिया महला पहला, घर पहला एक ओंकार, सतगुर प्रसाद। शब्द रंगाए हुक्म सबाए, सच्ची दरगह महल बुलाए। शब्द रंगाए हुक्म सबाए, सच्ची दरगह महल बुलाए। सच्चे दीन दयाल मेरे साहिबा, सच्चे मन पतिया बनिया। हाँ वारी जियो वारी, शब्द सुहावनिया। अमृत नाम सदा सुख दाता, गुरमति मन वसावनिया। हाँ वारी जियो वारी, शब्द सुहावनिया। अमृत नाम सदा सुख दाता, गुरमति मन वसावनिया। रहाओ शब्द रंगाए हुक्म सबाए, सच्ची दरगह महल बुलाए। सच्चे दीन दयाल मेरे साहिबा, सच्चे मन पतिया बनिया। वाहिगुरु जी का खालसा, वाहिगुरु जी की फतेह। परम सत्कारयोग जुगो जुग अटल पतित पावन भगत वत्सल कृपा निधान। वाली दो जहान हालत पलत दे राखे, लोक परलोक दे सहायता करता, मेहरां दे साईं दया दे दाते। धन धन श्री गुरु ग्रंथ साहिब जी महाराज जी दी पवित्र पावन हजूरी अंदर सुरत बिरत करके गुरु चरना नाल एक मिक होए गुरु प्यारे गुरु सवारे खालसा जीओ। आप जी सब संगतां वडभागे हो, धनता दे योग हो, जिन्हां नूं मन बच कर्म करके गुरु साहिबां दे अमृतमय बचन श्रवण करने कमाने प्राप्त होए हैं।
पूर्व कर्म अंकुर जा प्रगटे भेट्यो, पुरख रसक बैरागी मिट्यो, अंधेर मिलत हर नानक, जन्म जन्म की सोई जागी। ਲੜੀਵਾਰ ਕਥਾ ਵਿਚਾਰ ਪ੍ਰਵਾਹ ਵਿੱਚ ਅੱਜ ਦਾ ਪਾਵਨ ਸ਼ਬਦ ਹੁਣੇ ਆਪ ਜੀ ਨੇ ਸ਼ਰਵਣ ਕਰਨਾ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 8-8 ਪਦਿਆਂ ਵਾਲੇ ਸ਼ਬਦ ਪ੍ਰਾਰੰਭ ਹੋਏ ਹਨ। ਇਸ ਤੋਂ ਪਹਿਲਾਂ ਮਾਝ ਰਾਗ ਦੇ ਅੰਦਰ 50 ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਿੱਛੇ 4-4 ਪਦਿਆਂ ਵਾਲੇ ਉਹ ਕੱਲ ਦੇ ਸਮੇਂ ਸੰਪੂਰਨ ਹੋਏ ਸੀ, ਬੀਤੇ ਕੱਲ। 100 ਪਦਿਆਂ ਵਾਲੇ ਜਿਹੜੇ ਸ਼ਬਦ ਸਨ ਤਿੰਨਾਂ ਦੀ ਸੰਪੂਰਨਤਾ ਹੀ ਕੱਲ ਹੋਈ ਸੀ। ਅੱਗੇ ਹੁਣ ਅਸ਼ਟਪਦੀਆ ਉਹ ਸ਼ਬਦ ਜਿਹਦੇ ਕਾਵ ਰੂਪ ਵਿੱਚ 8 ਪਦੇ ਹੋਣ ਉਹਨੂੰ ਅਸ਼ਟਪਦੀਆ ਕਿਹਾ ਜਾਂਦਾ। ਸ਼ਬਦ ਦੀ ਚਾਲ ਹੈ, ਜਿਵੇਂ 2 ਪਦੇ, 3 ਪਦੇ, 4 ਪਦੇ, 5 ਪਦੇ, ਤੇ ਇਸੇ ਤਰ੍ਹਾਂ ਅਸ਼ਟਪਦੀਆ 8 ਪਦਿਆਂ ਵਾਲੇ ਸ਼ਬਦ ਨੂੰ ਅਸ਼ਟਪਦੀਆ ਕਿਹਾ ਜਾਂਦਾ। ਜਿੱਥੇ ਜਿਵੇਂ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਨੇ, ਉੱਥੇ ਬਿੰਦੀ ਲਾ ਕੇ ਗੱਲ ਸਪਸ਼ਟ ਹੋ ਜਾਂਦੀ ਹੈ, ਅਸ਼ਟਪਦੀਆਂ। ਜਿੱਥੇ ਕੇਵਲ ਇੱਕ ਸ਼ਬਦ ਹੋਵੇ, ਜਿਵੇਂ ਸੋਰਠ ਰਾਗ ਦੇ ਵਿੱਚ ਆਉਂਦਾ ਸ਼ਬਦ, ਪਾਠ ਪੜ੍ਹਿਓ ਹਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਉੱਥੇ ਕੇਵਲ ਇੱਕ ਅਸ਼ਟਪਦੀ ਹੈ, ਸੋ ਉਹਨੂੰ ਅਸ਼ਟਪਦੀਆ ਕਹਾਂਗੇ। ਅਸ਼ਟਪਦੀਆ 8 ਪਦਿਆਂ ਵਾਲਾ ਸ਼ਬਦ, ਸੋ ਕਹੀਏ ਅਸ਼ਟਪਦੀਆ। 2 ਪਦੇ, 3 ਪਦੇ, 4 ਪਦੇ, 5 ਪਦੇ, 8 ਪਦੇ, ਇਸ ਪ੍ਰਕਾਰ 8 ਪਦਿਆਂ ਵਾਲੇ ਸ਼ਬਦ ਨੂੰ ਅਸ਼ਟਪਦੀਆ ਆਖਾਂਗੇ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਚਨ ਕੀਤੀਆਂ ਹੋਈਆਂ ਜੋ ਅਸ਼ਟਪਦੀਆਂ ਨੇ, ਅੱਗੇ ਸਰਵਣ ਕਰਨੀਆਂ ਪ੍ਰਾਪਤ ਹੋ ਰਹੀਆਂ ਨੇ। ਆਓ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਮਾਈਏ। ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਸ਼ਰਧਾ ਭਾਵਨਾ, ਨਿਰਮਾਣਤਾ, ਮਨ ਦੀ ਇਕਾਗਰਤਾ, ਸਰੀਰ ਦੀ ਸਾਵਧਾਨਤਾ ਦੇ ਸਹਿਤ ਹੋ ਕੇ ਸਰਵਣ ਕਰਦੇ ਹਾਂ ਜੀ। ਰਾਗ ਮਾਝ ਅਸ਼ਟਪਦੀਆ ਮਹੱਲਾ ਪਹਿਲਾ, ਘਰ ਪਹਿਲਾ। ਰਾਗ ਮਾਝ ਅੰਦਰ 8 ਪਦਿਆਂ ਵਾਲਾ ਪਾਵਨ ਸ਼ਬਦ ਔਰ ਪਹਿਲੇ ਪਾਤਸ਼ਾਹ ਮਹੱਲਾ ਸਰੂਪ, ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਤੇ ਸੁਰਤਾਲ ਦੇ ਘਰ ਦੇ ਵਿੱਚ, ਪਹਿਲੇ ਘਰ ਦੇ ਵਿੱਚ ਇਸ ਨੂੰ ਗਾਇਨ ਕਰਨਾ ਹੈ। ਸੁਰਤਾਲ ਸਮੂਹ ਦੇ ਪਹਿਲੇ ਘਰ ਵਿੱਚ ਏਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਹੋਰ ਹੈ ਹੀ ਨਹੀਂ। ਓੰਕਾਰ ਕਹੀਓ ਪ੍ਰਕਾਸ਼ ਰੂਪ ਹੈ। ਸਤਿਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੇ ਦੁਆਰਾ ਉਸ ਦੀ ਲਖਤਾ ਹੁੰਦੀ ਹੈ। ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਸਦਕਾ ਹੈ। ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਹਿ ਮਹਿਲ ਬੁਲਾਏ। ਉਹ ਪਰਮ ਪਿਤਾ ਪਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਸਬਾਏ ਕਹੀਏ ਸਾਰਿਆਂ ਨੂੰ ਹੀ ਰੱਖਿਆ ਹੋਇਆ, ਤੇ ਜਿਨ੍ਹਾਂ ਤੇ ਬਹੁਤੀ ਕਿਰਪਾ ਹੈ ਉਹਨਾਂ ਨੂੰ ਸ਼ਬਦ ਦੇ ਪ੍ਰੇਮ ਵਿੱਚ ਰੰਗ ਦੇਣਾ ਕੀਤਾ। ਸ਼ਬਦ ਰੰਗਾਏ,
ਉਹ ਜੀਵ ਜੋ ਮਾਲਕ ਦੀ ਕਿਰਪਾ ਦੇ ਪਾਤਰ ਬਣ ਗਏ, ਉਹ ਸ਼ਬਦ ਨਾਲ ਜੁੜ ਗਏ, ਸ਼ਬਦ ਦੇ ਉਪਾਸ਼ਕ ਬਣੇ। ਕਿਉਂ? ਦੇਹਾਂ ਨਾਲ ਜੇ ਕੋਈ ਜੁੜੇਗਾ ਤੇ ਦੇਹਾਂ ਮਿਟਣ ਯੋਗ ਨੇ, ਨਾਸਵੰਤ ਨੇ। ਫਿਰ ਜੇ ਕੋਈ ਦੇਹ ਨਾਲ ਜੁੜਿਆ, ਜਦੋਂ ਉਹ ਦੇਹ ਮਿਟ ਗਈ, ਨਾਸ਼ ਹੋ ਗਈ, ਫਿਰ ਕੋਈ ਹੋਰ ਦੇਹਧਾਰੀ ਲੱਭਣਾ ਪਵੇਗਾ, ਉਹ ਮਰ ਮਿਟ ਜਾਵੇਗਾ, ਉਹਦੀ ਜਗ੍ਹਾ ਕੋਈ ਹੋਰ ਲੱਭਣਾ ਪਊਗਾ। ਫਿਰ ਤੇ ਇਸੇ ਚੱਕਰ 'ਚ ਹੀ ਰਹੇ। ਦੇਹਧਾਰੀਆਂ ਦੰਭੀਆਂ ਪਖੰਡੀਆਂ ਨਾਲੋਂ ਸ਼ਬਦ ਗੁਰੂ ਸਦ ਜੀਵੀ ਹੈ। ਦੰਭੀ ਪਖੰਡੀ ਉਹਨਾਂ ਨੂੰ ਜਿਹੜੇ ਗੁਰੂ ਧਾਰਨ ਕਰਦੇ ਨੇ, ਉਹਨਾਂ ਦੀ ਦਸ਼ਾ ਪਤਾ ਕੀ ਹੁੰਦੀ ਹੈ? ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਏਦਾਂ ਦੀ ਕੀੜਿਆਂ ਦੇ ਅੰਦਰ ਕੀੜੇ ਬਣ ਕੇ ਫਿਰ ਉਹਨੂੰ ਖਾਂਦੇ ਆ। ਸੋ ਜਿਨ੍ਹਾਂ ਦੇ ਮਾਲਕ ਨੇ ਆਪਣੀ ਮਿਹਰਾਮਤ ਕੀਤੀ, ਉਹਨਾਂ ਨੂੰ ਸ਼ਬਦ ਰੰਗਾਏ, ਸ਼ਬਦ ਦੇ ਪ੍ਰੇਮ ਵਿੱਚ ਰੰਗ ਦੇਣਾ ਕੀਤਾ ਉਹਨਾਂ ਦਾ ਜੀਵਨ। ਹੁਕਮ ਸਬਾਏ, ਜਿਸ ਮਾਲਕ ਦਾ ਸਬਾਏ ਸਾਰੀ ਕਾਇਨਾਤ ਤੇ ਹੁਕਮ ਚੱਲਦਾ ਹੈ, ਜਿਹਨੂੰ ਹੁਕਮ ਹਾਸਲ ਹੈ, ਜੋ ਸਾਰਿਆਂ ਜੀਆਂ ਦਾ ਇੱਕ ਦਾਤਾ ਹੈ, ਉਸ ਪਰਮਾਤਮਾ ਨੇ ਆਪਣੀ ਮਿਹਰਾਮਤ ਕਰਕੇ ਜੀਆਂ ਨੂੰ ਸ਼ਬਦ ਦੇ ਰੰਗ ਵਿੱਚ ਰੰਗਣਾ ਕੀਤਾ ਹੈ। ਸੱਚੀ ਦਰਗਹ ਮਹਿਲ ਬੁਲਾਏ, ਤੇ ਉਹਨਾਂ ਨੂੰ ਹੀ ਅੱਗੇ ਸੱਚੀ ਦਰਗਾਹ ਦੇ ਵਿੱਚ ਨਿਰੰਕਾਰ ਆਪਣੇ ਨਿਜ ਟਿਕਾਣੇ ਸਵੈ ਸਰੂਪ ਵਿੱਚ ਅਭੇਦਤਾ ਬਖਸ਼ੇਗਾ। ਮਹਿਲ ਨਾਮ ਸਰੂਪ ਦਾ ਹੈ। ਜਦੋਂ ਇਹ ਦੁਨੀਆ ਦਾ ਦਰ ਛੱਡ ਕੇ ਜਾਣਾ ਗੁਰਮੁਖਾਂ ਨੇ, ਅੱਗੇ ਸੱਚੀ ਦਰਗਾਹ ਦੇ ਵਿੱਚ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਸੱਚੀ ਦਰਗਾਹ ਜਾਏ ਸੱਚਾ ਪਿੰਡ ਮੱਲਿਆ, ਉਹ ਪਰਮ ਪਿਤਾ ਪਰਮਾਤਮਾ ਸੱਚੀ ਦਰਗਾਹ ਮਹਿਲ ਸਵੈ ਸਰੂਪ ਦੇ ਵਿੱਚ ਉਹਨਾਂ ਨੂੰ ਟਿਕਾਣਾ ਦੇਣਗੇ ਪਰਮਾਤਮਾ ਵਾਹਿਗੁਰੂ ਜੀ। ਅਥਵਾ ਮਹਿਲ ਨਾਮ ਹੁੰਦਾ ਖੁਸ਼ੀ ਦਾ। ਟਹਿਲ ਮਹਿਲ ਤਾਕੋ ਮਿਲੇ, ਜਾਕੋ ਪ੍ਰੈ ਸੁਹਾਗ। ਟਹਿਲ ਮਹਿਲ ਉਹਨਾਂ ਨੂੰ ਮਿਲਦੀ ਹੈ ਭਾਈ, ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਦੇ ਜੀਵਨ 'ਚ ਪਰਮਾਤਮਾ ਦਾ ਪਿਆਰ ਵਸ ਗਿਆ। ਉਹ ਸੱਚੀ ਦਰਗਾਹ ਦੇ ਵਿੱਚ ਮਾਲਕ ਦੁਆਰਾ ਆਪਣੇ ਨਿਜ ਆਸਣ ਤੇ ਸਵੈ ਸਰੂਪ ਵਿੱਚ ਬੁਲਾ ਲਏ ਜਾਂਦੇ, ਅਭੇਦ ਕਰ ਲਏ ਜਾਂਦੇ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀਆ ਬਣਿਆ। ਹੇ ਸੱਚੇ ਵਾਹਿਗੁਰੂ ਜੀ, ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਸਾਹਿਬ ਜੀਓ, ਜਿਹੜੇ ਮਨ ਕਰਕੇ ਸੱਚੇ ਹਨ, ਮੁਖ ਕਰਕੇ ਸੱਚੇ ਹਨ, ਉਹ ਆਪ ਜੀ ਦੇ ਮਨ ਨੂੰ ਚੰਗੇ ਲੱਗਦੇ ਨੇ। ਆਪ ਜੀ ਉਹਨਾਂ ਤੇ ਪਤੀਜ ਜਾਂਦੇ ਹੋ। ਪਤੀਜਣਾ ਹੁੰਦਾ ਆਪਣਾ ਆਪ ਨਿਸ਼ਾਵਰ ਕਰ ਦੇਣਾ, ਸਮਰਪਣ ਕਰ ਦੇਣਾ। ਪਰਮਾਤਮਾ ਦੇ ਮਨ ਅੰਦਰ ਉਹ ਚੰਗੇ ਲੱਗਦੇ ਨੇ ਜਿਹੜੇ ਉਸ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੁੰਦੇ ਨੇ। ਉਹ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ। ਨਾਮ ਜਪਣ ਵਾਲਿਆਂ ਨੂੰ ਸੁੱਖ ਮਿਲੇ, ਰੱਬ ਨੂੰ ਸੁੱਖ ਮਿਲਦਾ। ਨਾਮ ਜਪਣ ਵਾਲਿਆਂ ਨੂੰ ਕੋਈ ਤੰਗ ਕਰੇ, ਰੱਬ ਤੰਗ ਹੁੰਦਾ। ਇਹ ਵਚਨ ਕੋਈ ਮੈਂ ਕੋਲੋਂ ਨਹੀਂ ਆਪ ਜੀ ਨਾਲ ਸਾਂਝਾ ਕਰ ਰਿਹਾ, ਕਲਗੀਧਰ ਪਿਤਾ ਜੀ ਦੇ ਵਚਨ ਨੇ ਕਿ ਰੱਬ ਵੈਸੇ ਤਾਂ ਉਹਨੂੰ ਦੁੱਖ ਰੋਗ ਸੋਗ ਜਰਾ ਮਰਾ ਹੈ ਹੀ ਨਹੀਂ, ਪਰ ਦੁਖੀ ਹੁੰਦਾ ਰੱਬ ਕਦੋਂ? ਸੰਤਨ ਦੁੱਖ ਪਾਏ ਤੇ ਦੁਖੀ। ਸਾਧੂਆਂ ਨੂੰ ਜੇਕਰ ਕੋਈ ਦੁਖੀ ਕਰਦਾ ਹੈ ਤੇ ਸੰਤਾਂ ਨੂੰ ਖੇਚਲ ਮਿਲਦੀ। ਨਾਮ ਜਪਣ ਵਾਲੀਆਂ ਰੂਹਾਂ ਨੂੰ, ਭਜਨੀਕ ਪੁਰਸ਼ਾਂ ਨੂੰ ਖੇਚਲ ਮਿਲਦੀ ਹੈ, ਤੰਗੀ ਮਿਲਦੀ ਹੈ ਤੇ ਰੱਬ ਖਫਾ ਹੁੰਦਾ। ਸੰਤਨ ਦੁੱਖ ਪਾਏ ਤੇ ਦੁਖੀ,
ਸੁਖ ਪਾਏ ਸਾਧਨ ਕੇ ਸੁਖੀ। ਸਾਧੂਆਂ ਨੂੰ ਸੁਖ ਮਿਲਣ ਜਿੱਥੇ ਜਿਸ ਰਾਜ ਦੇ ਵਿੱਚ, ਤੇ ਉੱਥੇ ਰੱਬ ਖੁਸ਼ੀ ਪ੍ਰਗਟ ਕਰਦਾ ਹੈ। ਸੁਖ ਪਾਏ ਸਾਧਨ ਕੇ ਸੁਖੀ, ਰੱਬ ਸੁਖ ਪਾਉਂਦਾ, ਸੁਖੀ ਹੁੰਦਾ ਉਦੋਂ ਜਦੋਂ ਸਾਧੂਆਂ ਨੂੰ ਸੁਖ ਮਿਲਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ। ਹੇ ਵਾਹਿਗੁਰੂ ਜੀ, ਤੁਸੀਂ ਉਸ ਮਨੁੱਖ ਤੇ ਅਤੀ ਪ੍ਰਸੰਨ ਹੁੰਦੇ ਹੋ, ਪ੍ਰਸੀਦਦੇ ਹੋ, ਜਿਨ੍ਹਾਂ ਨੇ ਮਨ ਦੇ ਅੰਦਰ ਸੱਚਾ ਨਾਮ ਜਪਣਾ ਕੀਤਾ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣੇ, ਮਨ ਕਰਕੇ ਤੂੰ ਸੱਚੇ ਨਾਮ ਤੇ ਹੀ ਪਤੀਜਦਾ ਹੈ। ਉਹ ਜੀਵਨ ਧਨ ਹੋ ਜਾਂਦਾ ਜਿਸ ਜੀਵਨ ਦੁਆਰਾ ਨਾਮ ਜਪਿਆ ਜਾਵੇ। ਤੇ ਨਾਮ ਜਪਣ ਵਾਲੇ ਤੇ ਵਾਹਿਗੁਰੂ ਜੀ ਹਮੇਸ਼ਾ ਆਪਣੀ ਅਨੁਕੰਪਾ, ਦਇਆ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਬਣਾਈ ਰੱਖਦੇ ਹਨ। ਹਉ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ। ਇਹ ਮੇਰੇ ਪ੍ਰੀਤਮਾ ਵਾਹਿਗੁਰੂ ਜੀਓ, ਮੈਂ ਵਾਰੀ ਜਾਵਾਂ, ਵਾਰੀ ਜਾਵਾਂ, ਬਲਿਹਾਰੀ ਜਾਵਾਂ, ਭੋਲ ਘੁਮਾਈ ਜਾਵਾਂ। ਸ਼ਬਦ ਸੁਹਾਵਣਿਆ, ਸ਼ਬਦ ਦੇ ਜਰੀਏ ਸ਼ੋਭਾ ਪਾਉਣ ਵਾਲੇ ਵਾਹਿਗੁਰੂ, ਤੂੰ ਸ਼ਬਦ ਸਰੂਪ ਹੈ। तीन रूप है मोह के सुनो नंद चित लाए। सरगुण निर्गुण गुर शब्द कहो तो ही समझाए। महाराज ने कहा मेरे तीन रूप ने, एक निराकार निर्गुण स्वरूप, सारे आकारा हुंदा, सारे जियां जनता आकारां विच हुंदिया होया भी उन्हां तो रहत निर्गुण स्वरूप। सरगुण सबना दे अंदर जाल थाल महियल भरपुर रहा, सबनी ताईं भरपूर है। उथे जेड़ा कोई जी जंत दा आकार है, उहदे च जोत ओहदी है, वो सरगुण रूप है। तीजा है शब्द रूप। शब्द रूप दे विच सदा सलामत निरंकार जी हन। शब्द जमदा नहीं, शब्द मरदा नहीं, शब्द प्रगट हुंदा। जिहड़ा प्रगट होवे वो जमण मरण च हुंदा ही नहीं। शब्द सदा सलामत है। ताई महाराज ने कहा तू सदा सलामत निरंकार। शब्द रूप दे विच हे निराकार वाहिगुरू, तू सदा सलामत है। तादे हਉ वारी जीओ वारी शब्द सुहावणिया। शब्द दे राही शोभा पाउण वाले हे वाहिगुरू, शब्द रूप हो करके जियां दे भला करन वाले वाहिगुरू जी, मैं तेथों वारने बलिहारने जांदा। अमृत नाम सदा सुख दाता, गुरमति मन वसावणिया। अमृत नाम मृत्यु तो रहत करन वाला पावन नाम, सदा सुखदाता, जो सदा ही सुखां दे देण वाला है, प्रदान करन वाला है। गुरमति मन वसावणिया, गुरु दी मत ते चल के जिन्हां ने गुरु उपदेश नूं हिरदे विच वसा लेना कीता, मन करके मन लेना कीता, ओदी तां गुरबाणी च गुरु नानक देव जी महाराज कहंदे ने, मैं कोई गात में तो कह नहीं सकदा, जे कहांगा ते हो सकदा है वो घट बयान कीती जावे। आख्या मन्ने की गात कही ना जाए, जे को कह पिछे पछताए। कागद कलम न लिखण हार, मने कावै करन विचार।
ਇਉਂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਸ ਨੇ ਬਚਨਾਂ ਨੂੰ ਸੁਣ ਕੇ, ਗੁਰੂ ਉਪਦੇਸ਼ ਨੂੰ ਸੁਣ ਕੇ ਮੰਨ ਲੈਣਾ ਕੀਤਾ, ਜ਼ਿੰਦਗੀ ਚ ਕਮਾਉਣਾ ਕੀਤਾ, ਉਹਦੀ ਗਾਤ ਮੇਤ ਸਮਰੱਥਾ ਤਾਂ ਵਰਣਨ ਹੀ ਨਹੀਂ ਕੀਤੀ ਜਾ ਸਕਦੀ, ਉਹਦੀ ਵਡਿਆਈ ਦਾ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਤਾਂ ਤੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ, ਜੇ ਭਲਾ ਕੋਈ ਕਹਿਣ ਦਾ ਯਤਨ ਵੀ ਕਰੇ ਪਿਆਰਿਓ, ਬਈ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਜਿਸ ਨੇ ਮੰਨ ਲਿਆ ਵੀ ਉਹਦੀ ਗਾਤ ਮੇਤ ਵਡਿਆਈ ਇੰਨੀ ਹੈ, ਇਹਦੋਂ ਵੱਧ ਨਹੀਂ। ਜਦੋਂ ਉਹਨੂੰ ਇੱਕ ਲਿਮਟ ਦੇ ਵਿੱਚ ਕਰਾਰ ਦੇ ਦਿੱਤਾ, ਪਰ ਅਗਲੇ ਦਿਨ ਕੀ ਹੋਇਆ ਵੀ ਅਗਲੇ ਦਿਨ ਕੁਝ ਅਨੁਭਵ ਦੇ ਵਿੱਚ ਗੱਲ ਹੋਰ ਆ ਗਈ ਕਿ ਮਨ ਕਰਕੇ ਜਿਨ੍ਹਾਂ ਨੇ ਨਾਮ ਦੀ ਮਹਿਮਾ ਨੂੰ ਕਮਾਇਆ ਮੰਨਿਆ, ਉਹਨਾਂ ਦੀ ਤੇ ਬਿਆਨ ਮੈਂ ਥੋੜੀ ਕੀਤੀ ਹੈ ਉਪਮਾ। ਜੋ ਮੈਂ ਕੱਲ ਉਹਦੇ ਬਾਬਤ ਆਪਣਾ ਵਿਊ ਦਿੱਤਾ ਸੀ, ਉਹ ਤੇ ਥੋੜਾ ਤੋਛਿਆ, ਫੇਰ ਪਛਤਾਵਾ ਲੱਗਿਆ ਮਨ ਚ ਕਿ ਵਡਿਆਈ ਤੇ ਬਹੁਤ ਵੱਡੀ ਹੈ ਤੇ ਮੈਂ ਥੋੜੀ ਜਿੰਨੀ ਬਿਆਨ ਕੀਤੀ। ਤਾਂ ਕਰਕੇ ਮਹਾਰਾਜ ਕਹਿੰਦੇ, ਜੇ ਕੋ ਕਹੇ, ਜੇ ਕੋਈ ਕਹਿਣ ਦਾ ਯਤਨ ਕਰੇ ਤਾਂ ਪਿੱਛੇ ਪਛਤਾਏ। ਪਿੱਛੇ ਤੋਂ ਭਾਵ ਬਾਅਦ ਵਿੱਚ ਉਹਨੂੰ ਪਛਤਾਉਣਾ ਪੈਂਦਾ। ਜੇ ਕੋ ਕਹੇ ਪਿੱਛੇ ਪਛਤਾਏ। ਕਾਗਜ਼ ਕਲਮ ਨਾਲ ਲਿਖਣ ਹਾਰ, ਕਲਮ ਕਾਗਜ਼ ਦਵਾਤ ਲੈ ਕੇ ਕੋਈ ਮੰਨ ਲੈਣ ਦੀ ਗਾਤ ਮੇਤ ਮਰਿਆਦਾ ਨੂੰ ਵਡਿਆਈ ਨੂੰ ਲਿਖਣ ਲੱਗੇ, ਤਦ ਵੀ ਉਹ ਝੂਠੇ ਪੈ ਜਾਂਦੇ ਨੇ। ਕਾਗਜ਼ ਕਲਮ ਨਾਲ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਮੰਨੇ ਦਾ ਤਾਂ ਮੰਨ ਲੈਣ ਦੀ ਗੱਲ ਦਾ ਤਾਂ ਬਹਿ ਕੇ ਵਿਚਾਰ ਕਰਨਾ ਚਾਹੀਏ। ਜੇ ਕੋ ਕਹਿ ਕਰੇ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਵਿਚਾਰ ਕਰਨਾ, ਉਹਦਾ ਤਾਂ ਰੋਮ ਮਾਤਰ ਨਹੀਂ ਬਿਆਨ ਕੀਤਾ ਜਾ ਸਕਦਾ। ਇਸ ਕਰਕੇ ਮੰਨ ਲੈਣ ਦੀ ਵੱਡੀ ਵਡਿਆਈ ਹੈ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤਿ ਮਨ ਵਸਾਵਣਿਆ। ਰਹਾਉ ਨਾ ਕੋ ਮੇਰਾ, ਹਉ ਕਿਸ ਕੇਰਾ। ਸਾਚਾ ਠਾਕੁਰ ਤ੍ਰਿਭਵਨ ਮੇਰਾ। ਸੰਸਾਰ ਤੇ ਰਿਸ਼ਤੇ ਸੰਬੰਧ ਜਿਹੜੇ ਬਣਦੇ ਨੇ, ਨਾ ਕੋ ਮੇਰਾ, ਉਹਨਾਂ ਚੋਂ ਹਜੂਰ ਸੋਝੀ ਦਿੰਦੇ ਨੇ, ਭਾਈ ਕੋਈ ਇੱਥੇ ਕਿਸੇ ਦਾ ਨਹੀਂ। ਜਿਹੜੀ ਪਰਾ ਲੱਭਦਾ ਉਹ ਹਰ ਮਨੁੱਖ ਨੇ ਸਰੀਰ ਦੁਆਰਾ ਭੋਗਣੀ ਹੈ। ਭੋਗਿਆ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ। ਭੋਗੇ ਤੋਂ ਬਿਨਾ ਮਿਟਦੀ ਨਹੀਂ, ਕਰਮ ਗਤੀ ਬਲਵਾਨ ਹੁੰਦੀ ਹੈ। ਇਸ ਕਰਕੇ ਹਜੂਰ ਵਚਨ ਕਰਦੇ ਨੇ, ਭਾਈ ਨਾ ਕੋ ਮੇਰਾ, ਹਉ ਕਿਸ ਕੇਰਾ। ਇੱਥੇ ਕੌਣ ਕਿਸੇ ਦਾ। ਕਾਕੋ ਮਾਤ ਪਿਤਾ ਸੋ ਧੀਆ, ਗ੍ਰਹਿ ਬੰਤਾ ਕਿਛ ਸੰਗ ਨਾ ਲੀਆ। ਗ੍ਰਹਿ ਘਰ ਬੰਤਾ ਇਸਤਰੀ, ਅੰਤ ਦੇ ਸਮੇਂ ਕਿਛ ਸੰਗ ਨਾ ਲੀਆ, ਕੁਝ ਨਾਲ ਨਹੀਂ ਜਾਣਾ। ਤਾ ਦੇ ਨਾ ਕੋ ਮੇਰਾ, ਹਉ ਕਿਸ ਕੇਰਾ। ਨਾ ਇਹ ਜੀਵ ਕਿਸੇ ਦਾ ਹੈ, ਨਾ ਬਾਕੀ ਜੀਵ ਇਸ ਦੇ ਕੁਝ ਲੱਗਦੇ ਨੇ। ਮਾਤਾ ਪਿਤਾ ਦੇ ਨਾਲ ਕੋਈ ਪੂਰਬਲੇ ਸੰਸਕਾਰ ਸਨ, ਉਹਨਾਂ ਦੇ ਗ੍ਰਹਿ ਜਨਮ ਮਿਲਿਆ। ਭੈਣ ਭਰਾ ਮਾਤਾ ਦੇ ਉਦਰ ਤੋਂ ਜਾਏ ਹੋਏ ਸਾਰੇ, ਉਹਨਾਂ ਨਾਲ ਜਿੰਨਾ ਸੰਬੰਧ ਸੀ ਉਹ ਭੋਗ ਰਿਹਾ ਹੈ। ਅਗਾ ਪਰਿਵਾਰ ਕੁਟੁੰਬ ਜਿਹੜਾ ਉਹਦੇ ਜੀ ਜੰਤ ਪੂਰਬ ਜਨਮ ਕੇ ਮਿਲੇ ਸੰਜੋਗੀ, ਉਹ ਰਲੇ ਹੋਏ ਨੇ। ਤੋ ਦੁਨੀਆ ਦੀ ਕਾਰ ਇਸੇ ਤਰ੍ਹਾਂ ਪਰਮਾਤਮਾ ਚਲਾ ਰਿਹਾ ਹੈ। ਬਾਕੀ ਹੈ ਇੱਥੇ ਕੋਈ ਕਿਸੇ ਦਾ ਨਹੀਂ। ਗੁਰੂ ਸਾਹਿਬ ਜੀ ਦੇ ਬਚਨ ਨੇ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਦਾਤਿਆ ਕਿਸੇ ਨੂੰ ਕਿਸੇ ਦਾ ਆਸਰਾ, ਕੋਈ ਆਪਣੇ ਆਪ ਨੂੰ ਕਿਸੇ ਦੇ ਆਸਰੇ ਮੰਨੀ ਬੈਠਾ, ਕੋਈ ਦੂਜਾ ਪਹਿਲੇ ਦੇ ਆਸਰੇ ਆਪਣੇ ਆਪ ਨੂੰ ਮੰਨੀ ਬੈਠਾ। ਹੈ ਕੀ ਹੈ?
बड़ी सतगुरां ने स्पष्ट गल कीती कि इस संसार ते आके संबंध बने न माता पिता दे नाल 10 बाल तन 20 श्रवण 30 का सुंदर कहावे 40 पुर होए 85 पग खिस्से 60 के बुढ़ेपा आवे 70 का मतहीन 80 का व्यवहार न पावे 90 का सहजासनी मूल न जाने अप बाल टंडोलम ढूंढम डिठ में नानक जग धुएं का धौल हर जी। इस प्रकार मारे सच्चे पातशाह जी कहते भी इत्थे कोई रिश्ता पकेरा नहीं, जिन्ना जिन्ना किसी न संबंध है वो शरीरां करके है, बाकी ना को मेरा हों कि सकेरा साचा ठाकुर त्रिभवन मेरा। ओ मेरा तिन्ना भवना दा मालक सच्चा ठाकुर ओ ही है असल ता मेरा, बाकी नहीं। वो सबना दा किसे एक विशेष दा नहीं, वो सब दे अंदर है। असल मित्र वो है साचा ठाकुर त्रिभवन मेरा। हाँ मैं कर कर जाए कनेरी कर अवगण पछोतावणिया। हाँ मैं कर कर के बड़ी दुनिया तुर तुर के जा रही है। हाँ मैं कर कर जाए तुरी जा रही है, तुरी जा रही है। कुछ कल गया, कुछ अज जाएगा, कुछ आने वाले कल जाएगा। एक सज्जन चले एक चल गए रहंदे भी फुन जाए। है न संसार ऐसो है संसार पेख न रह न को पई है रे। बारे बूढ़े तरने भैया सब हूं जमला जई है रे। बारे बालपन वाले बूढ़े बुढ़ड़े ठेरे तरुणे नौजवान इस संसार आवाज आउन जान ऐसो इस संसार पे सुपने मत जिवें सुपना थोड़ चिरा हुंदा मिट जांदा, मुड़ के बंदा कहंदा ओहो मैं तां एवें ही डर गया सुपने दे विच, मैं तां मंजे ते पिया सी चंगा भला। जाग खुली तो पता लग्या संसार भी सुपना है। जिदन घोर निद्रा टुटूगी जड़ता उदन पता लगेगा कि ये संसार सुपना ही है। एक सुती अख दा सुपना हुंदा, एक जागदी अख दा सुपना। सौ करके अखां मुंद जांदियां ने अपने आप और सुपना चलना शुरू हो जाता है। वो 5 मिनट चले 10 मिनट चले ते जिन्हों सुपना आउंदा वो घड़ी वेख के नहीं सुपना वेखना शुरू करदा ते किन्ने वज के किन्ने मिनट ते सुपना आया जी ना। वो तो जिद्दां निद्रा च गया गुड़ाका च सुपना शुरू हो गया। सुपने दे विच कदे राजा बन गया, किते भिखारी बन गया। ते महाराज बाबा रविदास जी वचन करते ने नरपति एक सिंघासन सोया सुपना पया भिखारी। अछत राज बिछरत दुख पाया सोगत भई हमारी। भगत रविदास जी कहते ने भाई जिवें एक राजा सी तखत ते बैठा आसन ते बैठा सुपने दे विच सौ गया। सुते पे नूं सुपना की आया कि विरोधी राजे ने हल्ला कर दिता, राज भाग खो लिया ते बचदा बचाउंदा भेष बदल के दूर निकल गया। राज भाग जांदा लग्या जंगलां दे जंगल गांवदा कच्छ दा अगे दूर देश चलिया गया ते चंडालां दे घरे जाके रहन लग पिया। उन्हां दी कन्या दे नाल विआह करा लिया। किन्ने सारे बालक बच्चे हो गए। हुण कबीलदारी है, जंगल च जांदा है, फल फुल तोड़ के लियाउंदा है, उन्हां निआणिआं दे मूंह च पाउंदा है भी भुखे ना मर जाण। सुपना चलदे चलदे सुपना की टुटिया भी जेड़े
ਜੰਡ ਕਰੀਰ ਪੀਲੂ ਆਦਿਕ ਤੋੜ ਕੇ ਲਿਆਉਂਦਾ ਸੀ। ਦਰਖਤ ਤੇ ਚੜਿਆ ਕੋਈ ਫਲ ਤੋੜਨ ਵਾਸਤੇ, ਟਾਹਣੀ ਟੁੱਟ ਗਈ। ਦੜਾਮ ਦੇਣੇ ਸੁਪਨੇ ਚ ਬਿਰਖ ਤੋਂ ਥੱਲੇ ਡਿੱਗ ਪਿਆ। ਟਾਹਣੀ ਟੁੱਟਣ ਤੇ ਜਦੋਂ ਥੱਲੇ ਡਿੱਗਿਆ, ਸੁਪਨਾ ਚੱਲ ਰਿਹਾ ਸੀ ਤੇ ਮਨ ਦੇ ਉੱਤੇ ਤੇ ਅਕਸ਼ ਪਿਆ ਨਾ ਵੀ ਉਹ ਲੱਤ ਟੁੱਟ ਗਈ, ਵੀ ਡਿੱਗ ਪਈ। ਟਾਹਣਾ ਲੱਤ ਤੇ ਪੈ ਗਿਆ, ਟੁੱਟ ਗਈ ਲੱਤ। ਪਿਆ ਹੋਇਆ, ਬੈਠਾ ਹੋਇਆ, ਸੁੱਤਾ ਪਿਆ ਤਖਤ ਤੇ, ਰਾਜ ਸਿੰਘਾਸਣ ਤੇ। ਲੱਤ ਟੁੱਟ ਗਈ ਇੱਕਦਮ। ਦੋਹਾਂ ਹੱਥਾਂ ਨਾਲ ਲੱਤ ਫੜ ਕੇ ਕਹਿੰਦਾ ਓਹੋ। ਸਾਰੀ ਸਭਾ ਚ ਬੈਠੇ ਸੰਤਰੀ ਮੰਤਰੀ ਕਹਿੰਦੇ ਰਾਜਨ ਕੀ ਹੋਇਆ? ਕਹਿੰਦਾ ਸੁਪਨੇ ਚ ਮੇਰੀ ਲੱਤ ਟੁੱਟ ਗਈ ਸੀ, ਬੜਾ ਭੈੜਾ ਸੁਪਨਾ ਵੇਖਿਆ। ਮੰਤਰੀ ਨੂੰ ਪੁੱਛਦਾ ਮੈਂ ਬੜਾ ਉਦਾਸ ਆ ਅੱਜ। ਕਹਿੰਦੇ ਕੀ ਗੱਲ? ਕਹਿੰਦਾ ਕੋਈ ਮੈਨੂੰ ਇਹ ਦੱਸੇ ਵੀ ਉਹ ਸੱਚਾ ਕਿ ਇਹ ਸੱਚਾ। ਕੋਈ ਮੈਨੂੰ ਇਹ ਦੱਸੇ ਵੀ ਇਹ ਸੱਚਾ ਕਿ ਉਹ ਸੱਚਾ ਸੀ ਜਿਹੜਾ ਮੈਂ ਪਹਿਲਾਂ ਵੇਖ ਕੇ ਆਇਆ। ਸਭਾ ਬਰਖਾਸਤ ਕਰਦੀ, ਕਿਸੇ ਨੇ ਉਹਦੀ ਗੱਲ ਦਾ ਜਵਾਬ ਨਾ ਦਿੱਤਾ। ਰਾਜ ਜੋਤਸ਼ੀ ਨੂੰ ਬਹਾ ਲਿਆ ਕੋਲੇ। ਉਹ ਕਹਿੰਦਾ ਵੀ ਤੇਰੇ ਕੋਲੋਂ ਕੁਝ ਮੈਨੂੰ ਸਵਾਲ ਦਾ ਜਵਾਬ ਮਿਲਣ ਦੀ ਉਮੀਦ ਹੈ, ਦੱਸ। ਕਹਿੰਦਾ ਕੀ ਤੱਕਿਆ ਸੁਪਨੇ ਚ? ਦੱਸ ਸਾਰਾ। ਦੱਸਤਾ। ਕਹਿੰਦਾ ਮੇਰੇ ਰਾਜ ਭਾਗ ਮੇਤੋਂ ਗੁਆਂਢੀ ਰਾਜੇ ਨੇ ਹੱਲਾ ਕਰਕੇ ਖੋਹ ਲਿਆ ਮੇਰਾ ਰਾਜ ਭਾਗ। ਅੱਗੇ ਮੈਂ ਕੀ ਵੇਖਿਆ ਵੀ ਅੱਗੇ ਜੰਗਲਾਂ ਦੇ ਜੰਗਲ ਆਦਿਵਾਸੀਆਂ ਦੇ ਕਬੀਲੇ ਚ ਜਾ ਵੜਿਆ। ਉਹਨਾਂ ਨੇ ਮੈਨੂੰ ਲੜਕੀ ਦੇ ਦਿੱਤੀ। ਉਹ ਅੱਗੋਂ ਪਰਿਵਾਰ ਕਿੰਨੇ ਸਾਰੇ ਨਿੱਕੇ ਨਿਆਣੇ ਬਾਲਕ ਉਹ ਮੈਨੂੰ ਜਿਹੜੇ ਮੇਰੇ ਘਰੇ ਪੈਦਾ ਹੋ ਗਏ। ਹਰ ਇੱਕ ਨਾਲ ਮੈਂ ਬੜਾ ਲਾਡ ਪਿਆਰ ਚਾਅ ਕਰਦਾ। ਸਭ ਤੋਂ ਛੋਟੇ ਵਿੱਚ ਤਾਂ ਮੇਰੀ ਜਾਨ ਹੀ ਸੀ। ਮੈਂ ਉਹਨਾਂ ਲਈ ਗਿਆ ਲੈਣ ਜੰਗਲੀ ਫਲ ਤੇ ਦਰਖਤ ਤੇ ਚੜਿਆ ਤੇ ਟਾਹਣਾ ਟੁੱਟ ਗਿਆ, ਮੇਰੀ ਲੱਤ ਟੁੱਟ ਗਈ। ਹੁਣ ਮੈਨੂੰ ਉਹ ਬੜਾ ਪਿਆਰਾ ਲੱਗ ਰਿਹਾ। ਕਹਿੰਦਾ ਮੈਨੂੰ ਜੀਵਨ, ਉਹ ਕਿਤੇ ਮੈਨੂੰ ਦੁਬਾਰਾ ਮਿਲ ਜੇ ਨਾ ਤੇ ਮੈਂ ਰਾਜ ਭਾਗ ਵੀ ਛੱਡ ਨਿਆਰਾ ਹੋ ਜਾਵਾਂ। ਇਹ ਝੰਜਟ ਚੋਂ ਮੈਂ ਕਹਿੰਦਾ ਬੜਾ ਖਫਾ ਆ, ਬਹੁਤ ਦੁਖੀ ਆ। ਉਹ ਗਰੀਬੀ ਦਾਵੇ ਵਾਲਾ ਹੀ ਠੀਕ ਸੀ। ਤੂੰ ਮੈਨੂੰ ਦੱਸ ਵੀ ਉਹ ਸੱਚਾ ਕਿ ਇਹ ਸੱਚਾ? ਉਹ ਰਾਜ ਜੋਤਸ਼ੀ ਕਹਿੰਦਾ ਉਹ ਵੀ ਝੂਠਾ, ਇਹ ਵੀ ਝੂਠਾ। ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਨਾ ਵੀ ਸੁਪਨੇ ਜੋ ਸੰਸਾਰ, ਇਹ ਸੰਸਾਰ ਜਿਹੜਾ ਸੁਪਨੇ ਦੀ ਨਿਆਈ ਹੈ। ਝੂਠਾ ਹੁੰਦਾ ਸੁਪਨਾ। ਜਿਵੇਂ ਉੱਠ ਕੇ ਬੰਦਾ ਜਾਗ ਕੇ ਸੁਪਨੇ ਚੋਂ ਬਾਹਰ ਆ ਕੇ ਕਹਿ ਦਿੰਦਾ ਓਹੋ ਆਪਾਂ ਤਾਂ ਊਂ ਖਫਾ ਹੋ ਗਏ, ਉਹਦਾ ਸੁਪਨਾ ਸੀ। ਸੁਪਨਾ ਵੀ ਵਿਚਲਿਤ ਕਰ ਜਾਂਦਾ ਹੈ ਮਨੁੱਖੀ ਮਨ ਨੂੰ। ਇਸ ਕਰਕੇ ਪਿਆਰਿਓ ਮਹਾਰਾਜ ਕਹਿੰਦੇ ਨੇ ਕਿ ਨਾ ਕੋ ਮੇਰਾ ਹੋ ਕਿਸ ਕੇਰਾ, ਸਾਚਾ ਠਾਕੁਰ ਤ੍ਰਿਭਾਵਨ। ਮੇਰਾ ਤਿੰਨਾਂ ਭਾਵਨਾ ਦਾ ਮਾਲਕ ਉਹੀ ਹੈ ਮੇਰਾ, ਬਾਕੀ ਦਾ ਸੰਸਾਰ ਸੁਪਨੇ ਵੱਤ। ਹਉ ਮੈਂ ਕਰ ਕਰ ਜਾਏ ਘਨੇਰੀ, ਕਰ ਅਵਗਣ ਪਛੋਤਾਵਣਿਆ। ਹਉ ਮੈਂ ਕਰ ਕਰਕੇ ਜਾਏ ਘਨੇਰੀ, ਜਾਂਦੀ ਹੈ ਜੀ, ਤੁਰੀ ਜਾ ਰਹੀ ਜੀ, ਬਹੁਤ ਸਾਰੀ ਤੁਰੀ ਜਾ ਰਹੀ, ਆ ਵੀ ਰਹੇ ਕੋਈ ਆਉਂਦੇ ਨੇ। ਜਿੰਨੇ ਸਮੇਂ ਚ ਵਾਹਿਗੁਰੂ ਸ਼ਬਦ ਆਪਾਂ ਕਹਿ ਦਈਏ ਇੱਕ ਵਾਰੀ ਵਾਹਿਗੁਰੂ, ਇੰਨੇ ਕੁ ਸਮੇਂ ਦੇ ਅੰਦਰ ਬੇਸ਼ੁਮਾਰ ਜੀ ਜੰਤ ਪ੍ਰਾਣੀ ਇਸ ਦਿਸ ਰਹੇ ਸੰਸਾਰ ਤੇ ਆਉਂਦੇ ਨੇ। ਤੇ ਵਾਹਿਗੁਰੂ ਸ਼ਬਦ ਕਹੀਏ ਜਿੰਨਾ ਕੁ ਸਮਾਂ ਵਾਹਿਗੁਰੂ ਨੂੰ ਕਹਿਣ ਨੂੰ ਲੱਗਿਆ, ਇੰਨੇ ਕੁ ਸਮੇਂ ਦੇ ਵਿੱਚ ਇੱਥੋਂ ਰੁਖਸਤ ਹੋਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ। ਹਉ ਮੈਂ ਕਰ ਕਰ ਜਾਏ ਘਨੇਰੀ, ਕਰ ਅਵਗਣ ਪਛੋਤਾਵਣਿਆ। ਫੇਰ ਜੀ ਕਰਕੇ ਜੀਵ ਸੰਸਾਰ ਤੇ ਜਿਉਂਦੇ ਜੀ ਔਗਣ ਕਮਾਉਂਦਾ, ਪਾਪ ਕਮਾਉਂਦਾ, ਅਗਾਂ ਜਾ ਕਰਕੇ ਲੇਖਾ ਜਦੋਂ ਦਿੰਦਾ ਤੇ ਫਿਰ ਪਛਤਾਉਂਦਾ ਹੈ।
ਹੁਕਮ ਪਛਾਣੈ ਸੋ ਹਰ ਗੁਣ ਬਖਾਣੈ। ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦੇ ਹੁਕਮ ਨੂੰ ਪਛਾਣ ਲਿਆ, ਉਹ ਰਸਨਾ ਦੇ ਦੁਆਰਾ ਹਰੀ ਦੇ ਗੁਣਾਂ ਨੂੰ ਬਖਾਣੇ ਕਹੀਏ ਬਖਿਆਨ ਕਰਦੇ ਹਨ। ਗੁਰ ਕੈ ਸ਼ਬਦ ਨਾਮ ਨੀਸਾਣੈ। ਗੁਰੂ ਦੇ ਸ਼ਬਦ ਦੇ ਦੁਆਰਾ ਨਾਮ ਦੀ ਸੋਝੀ ਹਾਸਲ ਕਰਦੇ। ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਨਾਮੀ ਪ੍ਰਮਾਤਮਾ ਦੇ ਦਰ ਭੁਗਦੇ ਹਨ। ਸਭਨਾ ਕਾ ਦਰ ਲੇਖਾ ਸੱਚੈ, ਛੂਟ ਸਨਾਮ ਸੁਹਾਵਣਿਆ। ਕੁੱਲ ਜੀਆਂ ਦਾ ਲੇਖਾ ਜੋਖਾ ਸੱਚੇ ਦਰ ਤੇ ਹੋਣਾ ਇੱਕ ਦਿਨ, ਤੇ ਛੂਟਸ ਨਾਮ ਸੁਹਾਵਣਾ। ਛੂਟਸ ਕਹੀਏ ਛੁੱਟ ਜਾਣਗੇ ਉਹ ਜਿਨ੍ਹਾਂ ਨੂੰ ਨਾਮ ਸੁਹਾਵਣਾ ਲੱਗਾ, ਜਿਨ੍ਹਾਂ ਨੂੰ ਨਾਮ ਚੰਗਾ ਲੱਗਾ ਭਾਈ, ਉਹ ਛੁੱਟਣਗੇ। ਉਹਨਾਂ ਦਾ ਖਹਿੜਾ ਜੰਮਣ ਮਰਨ ਤੋਂ ਛੁੱਟ ਜਾਵੇਗਾ। ਮਨਮੁਖ ਭੁੱਲਾ ਠੌਰ ਨ ਪਾਏ। ਮਨਮੁਖ ਬੰਦਾ ਜਿਹੜਾ ਮਨ ਦੀ ਮੱਤ ਪਿੱਛੇ ਚੱਲਦਾ, ਮਨ ਦੀ ਮੱਤ ਨੂੰ ਮੁੱਖ ਰੱਖ ਕੇ ਚੱਲਦਾ। ਮਨਮੁਖ ਭੁੱਲਾ ਠੌਰ ਨ ਪਾਏ। ਮੋਹ ਮਾਇਆ ਮਮਤਾ ਦੇ ਵਿੱਚ ਭੁੱਲਾ ਹੋਇਆ ਮਨੁੱਖ ਠੌਰ ਕਹੀਏ ਟਿਕਾਣਾ ਨਹੀਂ ਪਾਉਂਦਾ। ਜਾਮਦਾਰ ਬੱਧਾ ਝੋਟਾ ਖਾਏ। ਜਮਾਂ ਦੇ ਦਰ ਤੇ ਬੱਧਿਆ ਹੋਇਆ ਫਿਰ ਉਹ ਅੰਤ ਨੂੰ ਜਮਾਂ ਦੀਆਂ ਫਾਹੀਆਂ ਪਾ ਕੇ ਲੈ ਕੇ ਜਾਂਦੇ ਨਾ। ਪੁਰਸਲਾਤ ਕਾ ਪੰਥ ਦਹੇਲਾ, ਸੰਗ ਨ ਸਾਥੀ ਗਵਨ ਇਕੇਲਾ। ਉਹ ਘੜੀ ਉੱਥੇ ਫਿਰ ਜਮਾਂ ਦੀਆਂ ਫਾਹੀਆਂ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜੇ ਗੁਣ ਹੋਣ ਤਾਂ ਕਟੀਨ ਸੇ ਭਾਈ ਸੇ ਵੀਰ। ਇਸ ਪ੍ਰਕਾਰ ਪਿਆਰੀ ਸਾਧ ਸੰਗਤ ਜੀ, ਮਨਮੁਖ ਬੰਦਾ ਮੋਹ ਮਾਇਆ ਮਮਤਾ ਹੰਗਤਾ ਦੇ ਵਿੱਚ ਭੁੱਲਿਆ ਹੋਇਆ ਠੌਰ ਕਹੀਏ ਟਿਕਾਣਾ ਨਹੀਂ ਪਾਉਂਦਾ। ਵਾਰ ਵਾਰ ਗਰਭ ਜੋਨੀਆਂ ਚ ਪਾਉਂਦਾ। ਜਮਦਰ ਬੱਧਾ ਚੋਟਾਂ ਖਾਏ। ਜਮਾਂ ਦੇ ਦਰ ਤੇ ਬੱਝਾ ਚੋਟਾਂ ਖਾਂਦਾ ਹੈ ਜਮਾਂ ਦੀਆਂ। ਬਿਨ ਨਾਵੈ ਕੋ ਸੰਗ ਨ ਸਾਥੀ, ਮੁਕਤੇ ਨਾਮ ਧਿਆਵਣਿਆ। ਬਿਨਾ ਨਾਮ ਤੋਂ, ਪ੍ਰਮਾਤਮਾ ਦੇ ਨਾਮ ਜਪੇ ਤੋਂ ਕੋਈ ਸੰਗੀ ਸਾਥੀ ਹੈ ਹੀ ਨਹੀਂ। ਬਿਨ ਨਾਵੈ ਕੋ ਸੰਗ ਨ ਸਾਥੀ, ਕੋਈ ਨਹੀਂ ਸੰਗੀ ਸਾਥੀ ਨਾਮ ਤੋਂ ਬਿਨਾ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਹਰੀ ਦਾ ਨਾਮ ਸਹਾਇਤਾ ਕਰਦਾ। ਜਿੱਥੇ ਕੋਈ ਮਿੱਤਰ ਬੇਲੀ ਸਖਾ ਬੰਧਪ ਸੱਜਣ ਨਿਭਦਾ ਨਹੀਂ ਨਾ, ਉੱਥੇ ਜਪਿਆ ਹੋਇਆ ਨਾਮ ਮਿੱਤਰ ਹੈ। ਨਾਮ ਹੀ ਸਹਾਇਤਾ ਕਰਦਾ। ਮਹਾਂਪੁਰਸ਼ ਧਾਰਨ ਪੜਿਆ ਕਰਦੇ ਸੀ ਕਿ ਜਿੱਥੇ ਤੇਰਾ ਕੋਈ ਨਹੀਂ ਨਾ ਹੋਣਾ, ਉੱਥੇ ਨਾਮ ਨੇ ਸਹਾਇਤਾ ਕਰਨੀ। ਉੱਥੇ ਨਾਮ ਨੇ ਸਹਾਇਤਾ ਕਰਨੀ। ਜਿੱਥੇ ਨਾ ਕੋਈ ਮਾਤ ਪਿਤਾ, ਇਉਂ ਵਜਦ ਚ ਆ ਕੇ ਪੜਿਆ ਕਰ ਕਿ ਉੱਥੇ ਭਾਈ ਨਾਮ ਨੇ ਸਹਾਇਤਾ ਕਰਨੀ ਹੈ। ਜਿੱਥੇ ਮਾਤਾ ਪਿਤਾ ਸਕੇ ਸੰਬੰਧੀ ਕੋਈ ਵੀ ਨਾਲ ਨਹੀਂ ਬੌੜਦਾ, ਕੋਈ ਨਾਲ ਜਾਂਦਾ ਹੀ ਨਹੀਂ। ਇਸ ਸੰਸਾਰ ਤੇ 40 ਗੰਜ ਜੋੜਨ ਵਾਲਾ ਕੌਰੂ ਬਾਦਸ਼ਾਹ, ਉਹ ਮਾਇਆ ਦਾ ਸੁੱਖ ਨਾਲ ਨਹੀਂ ਲੈ ਕੇ ਗਿਆ। 40 गंज जोड़े न राखा ईमान, देखो रे लोगो कौरू होता परेशान। 40 गंज जोड़े सी कौरू ते परेशान होया, दुखी होया। जान लगे नूं कहना पिया मेरे हथ खफणों बाहर रखियो। कहंदे जी काह तों? मुर्दा शरीर ते ढक के सवार के लैके जाईदा, तुसीं आने हो हथ बाहर रखियो। कहंदा मैं तां कहना भी लोकां नूं इह गल भली प्रकार विदित हो जावे, जाणू हो जाण लोक
कि जिस बादशाह कौरू ने मुर्दियां दे मूंह दे विचों भी सिक्के कढवा लए सी, कबरां खुदवा के, ओ अखान बनिया ना, काह तो मुर्दे उखाड़दा है, क्यों मुर्दे फोलदा है? ये उदों दीयां गल्लां बणीਆਂ ने भी की निगूणी जी गल पिछे एवें इदा काम करदा है। वो चक्कर ये सी भी जिवें अजकल संस्कार करन लग्या मरन वाले बंदे दा ओहदे मूँह च घ्यो पा दिंदे ने, जिउंदे जी किते भावें पानी दा घुट ना दिता होवे, किते टाइम सिर फुलका ना पका के दिता होवे, किते पानी दा जल दा जिहड़ा है वो गिलास ना किते टाइम सिर फड़ाया होवे, ते मरन लग्या कहंदे 5 किलो देसी घ्यो पाया, पीपा घ्यो दा पाया, ओनू की फायदा? ओहदे अंदर तां एक डेसीमल पॉइंट जिन्ना भी है ना, जिहड़ा 1 ग्राम दा 1000वां हिस्सा वो भी नहीं जाना कि वो मिट्टी है, उन्होंने कोई फर्क नहीं पैंदा। कोई पीपा देसी घ्यो दा पा दे, कि चमचा ओहदे मूँह च पावे, ओहदे अंदर तो जाना कोई नहीं, ना ही उन्होंने ओहदा जे भला अंदर चलिया भी जाए तां भी नहीं उन्होंने ओहदा कोई लाभ। मृतक शरीर है, उन्होंने तां ओहदा लाभ है ही नहीं। तो उन्हां समयां दे विच जिवें अजकल देसी घ्यो पाउंदे ने, मूँह नूं लाउंदे ने, आखे बापू खांदा पींदा मरिया है, ਉਹ ਭਾਵੇਂ डॉक्टर ने बन्नण पाया होए, देखियो जी घ्यो ना खाया कोलेस्ट्रोल वध जूगा, तुहाडीआं नाड़ां ब्लॉक हो जाणगीआं, ते जिद्दण ब्लॉक होणीआं ने उदण बिना घ्यो तो ही हो जाणीआं। खांदा पींदा ही कोई मरे, चलदा फिरदा तुरदा फिरदा जांदा लगे नैणी प्रैणी, ते मरे तो भला जे घ्यो दा पीपा भी उत्ते पा दे कोई जी, ਉਹਨੂੰ ਕੀ फर्क पएगा? ਉਹਨੇ ਐ नहीं कहना भी शाबाशी भी तुहाडे मगर लिओ, तुहाडा बड़ा धन्नवाद, तुसीं वेर के घ्यो दा पीपा लिया के पाया मेरे ते। सो नाल जाना नाम ने, उत्थे करनी सहायता नाम ने। ते कौरू ने 40 गंज माया जोड़ी सी, मुर्दियां दे मूँह विच उदों सिक्का पाया करदे सी, उस समय दा जिहड़ा रुपया सी, वो सिक्का मुर्दे दे मूँह चों पता लग गया भी पाउंदे ने। अगले दिन ही फरमान जारी करता भी कुल मुल्क दे जिन्ने कब्रस्तान ने सब पुट्टो, मुर्दियां दे कंगालां दे मूँह विचों रुपये कढ लो। कढे 40 गंज माया जोड़ ली कौरू ने, 40 गंज जोड़े न रखा ईमान, देखो रे लोगो कौरू होता परेशान। अखीर कहना पिया भी मेरे हाथ कफनों बाहर रखियो, ये माया भी नहीं नाल सहायता कर दी। जय मात पिता सुत मीत न भाई, मन उहा नाम तेरे संग साई, उथे तां नाम ने सहायता करनी है। इस करके मनमुख भुला ठौर न पाए, जमदर बद्दा चोटा खाए, बिन नाम है को संग ना साथी, मुक्ते नाम ध्यावणिया। मुक्ति दी पदवी तां नाम ध्याउण वालियां नूं प्राप्त होवेगी। साकत कूड़े सच न भावै, दुबदा बाधा आवे जावे। साकत नूं कूड़ियार पुरुष नूं सच चंगा नहीं लगदा, ते दुबदा दा ग्रसिया होया साकत बंदा वार वार आवे जावे, जमदा ते मरदा है। लिखिया मेट ना लिखिया लेख ना मेटै कोई, गुरमुख मुक्त करा बनिया। लिखे हुए लेख नूं कोई मेट नहीं सकदा। आप जिहदे मस्तक दे मनमुखताई वाली लिखत पैगी, ਉਹ मनमुखताई वाली लिखत ही भोग भोग के संसार तो जावेगा। आपी ने भोग भोग कै होए पसमड़ भौर सिधाया। वड्डा होआ दुनीदार गल संगल घत चलाया। अगे करनी कीरत वाची है,
ਬੈ ਲੇਖਾ ਕਰ ਸਮਝਾਇਆ। ਥਾ ਨਾ ਹੋਣ ਦੀ ਪਾਉਂਦੀ ਹੁਣ ਸੁਣੀਏ ਕਿਆ ਰਵਾਇਆ। ਮਨ ਅੰਧਾ ਜਨਮ ਗਵਾਇਆ, ਮਨ ਅੰਧਾ ਜਨਮ ਗਵਾਇਆ। ਇਸ ਕਰਕੇ ਸਾਖਤ ਕੂੜੇ ਸੱਚ ਨਾ ਭਾਵੈ, ਦੁਬਦਾ ਵਾਧਾ ਆਵੈ ਜਾਵੇ। ਲਿਖਿਆ ਲੇਖ ਨਾ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣਿਆ। ਗੁਰੂ ਦਾ ਉਪਦੇਸ਼ ਮੁਖੀ ਗੁਰੂ ਹੀ ਮੁਕਤ ਕਰਾਉਣ ਦੇ ਸਮਰੱਥ। ਮੁਕਤੀ ਦਾ ਪ੍ਰਦਾਨ ਕਰਨ ਵਾਲਾ, ਮੁਕਤੀ ਦਾ ਦਾਤਾ ਪੂਰਾ ਸਤਿਗੁਰ ਹੈ, ਗੁਰਮੁਖ ਹੈ। ਪੇਇੜਾ ਫਿਰ ਜਾਤੋ ਨਾਹੀ, ਝੂਠ ਵਿਛੁੰਨੀ ਰੋਵੈ ਤਾਹੀ। ਹੁਣ ਇਸਤਰੀ ਦਾ ਅਲੰਕਾਰ ਬਣ ਕੇ ਕਿ ਜਿਸ ਔਰਤ ਨੇ ਪੇਈੜ ਪੇਕੇ ਘਰ ਵਿੱਚ ਰਹਿੰਦਿਆਂ ਪਿਰ ਨੂੰ, ਪਤੀ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਹੀਂ ਸਮਝਿਆ, ਤੇ ਮਾਤਾ ਪਿਤਾ ਦੇ ਘਰ ਦੇ ਵਿੱਚ ਚਾਉ ਲਡੰਦੜੀ ਹੀ ਰਹੀ ਸਾਰੀ ਜ਼ਿੰਦਗੀ, ਛੋਰ ਛਿੰਨੀ। ਜਿਹੜਾ ਸੀ ਕੋਈ ਚੱਜ ਆਚਾਰ ਸਿੱਖਿਆ ਹੀ ਨਾ, ਲਾਡ ਪਾੜ ਦੇ ਵਿੱਚ ਪਲੀ। ਔਰ ਪਤੀ ਦੇ ਘਰ ਜਾ ਕਰਕੇ ਕਿਸ ਤਰ੍ਹਾਂ ਵਸੇਬਾ ਹੋਣਾ, ਇਹ ਗੱਲ ਨਾਨੀ, ਦਾਦੀ, ਮਾਮੀ, ਫੁੱਫੀ, ਮਾਂ ਤੋਂ, ਚਾਚੀਆਂ, ਤਾਈਆਂ ਤੋਂ ਸਮਝੀ ਹੋਈ ਨਹੀਂ। ਸਿਆਣਾ ਮਾਤਾ ਪਿਤਾ ਵਰ ਪ੍ਰਾਪਤ ਬੱਚੀ ਨੂੰ ਆਨੇ ਬਹਾਨੇ ਉਹਦੇ ਘਰ ਪਰਿਵਾਰ ਦੀ ਮਰਿਆਦਾ ਬਾਬਤ ਦੱਸਦੇ ਨੇ, ਗ੍ਰਸਤ ਮਾਰਗ ਬਾਬਤ ਦੱਸਦੇ ਨੇ, ਤਾਂ ਕਿ ਉਹਨੂੰ ਸਹੁਰੇ ਘਰ ਦੇ ਵਿੱਚ ਜਾ ਕਰਕੇ, ਨਵੇਂ ਘਰ ਦੇ ਵਿੱਚ ਜਾ ਕਰਕੇ ਉਹਨੂੰ ਰਹਿਣ ਬਹਿਣ ਕਹਿਣ ਸਹਿਣ ਦਾ ਵੱਲ ਆ ਜਾਵੇ। ਵੱਡਿਆਂ ਨਾਲ ਕਿਵੇਂ ਵਰਤਣਾ, ਛੋਟਿਆਂ ਨਾਲ, ਬਰਾਬਰ ਦਿਆਂ ਨਾਲ ਕਿਵੇਂ ਵਰਤਣਾ, ਪਤੀ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਰੱਖਣਾ, ਬਾਕੀ ਪਰਿਵਾਰ ਨੂੰ ਵੀ ਥਾਂ ਸਿਰ ਕਿਵੇਂ ਰੱਖਣਾ। ਸਿਆਣੇ ਮਾਤਾ ਪਿਤਾ ਆਨੇ ਬਹਾਨੇ ਗੱਲਾਂ ਬਾਤਾਂ ਦੇ ਨਾਲ ਸਾਰੀ ਗੱਲ ਸਮਝਾ ਦਿੰਦੇ ਨੇ। ਤੋ ਭਾਈ ਉਹ ਔਰਤ ਜਿਹਨੇ ਪੇਈੜ ਪੇਕੇ ਘਰ ਦੇ ਵਿੱਚ ਰਹਿੰਦਿਆਂ ਪਿਰ ਨੂੰ, ਪਤੀ ਨੂੰ ਜਾਤੋ ਨਹੀਂ, ਜਦੋਂ ਮੰਗਣਾ ਹੋ ਜਾਂਦਾ ਨਾ ਉਦੋਂ ਸਮਝੋ ਸਬੰਧ ਜੁੜ ਗਿਆ, ਧੀ ਪੁੱਤ ਮੰਗਿਆ ਗਿਆ, ਸਬੰਧ ਜੁੜ ਗਿਆ। ਸਿਆਣਾ ਬੱਚਾ, ਸਿਆਣੀ ਬੱਚੀ ਉਸ ਦਿਨ ਤੋਂ ਆਪਣਾ ਵਰਤਣ ਵਿਹਾਰ ਬਦਲ ਲੈਂਦਾ ਕਿ ਮੇਰੇ ਦੁਆਰਾ ਕੋਈ ਕਰਮ ਐਸਾ ਕੀਤਾ ਗਿਆ, ਹੋ ਸਕਦਾ ਉਹ ਮੇਰੇ ਜਿੱਥੇ ਮੈਂ ਮੰਗੀ ਆ ਜਾਂ ਮੰਗਿਆ ਹਾਂ ਉਸ ਘਰ ਤੱਕ ਗੱਲ ਪਹੁੰਚ ਜਾਵੇ, ਤੇ ਉੱਥੇ ਫਿਰ ਬਖੇੜਾ ਹੋ ਜਾਊਗਾ, ਰਿਸ਼ਤਾ ਕੱਚਾ ਟੁੱਟ ਨਾ ਜਾਵੇ ਕਿਧਰੇ। ਉਹਨੂੰ ਬੜਾ ਸੋਚ ਸਮਝ ਕੇ ਹਲੀਮੀ ਦੇ ਨਾਲ ਹਰ ਗੱਲ ਦਾ ਫੈਸਲਾ ਲੈਣਾ ਪੈਂਦਾ। ਔਰ ਉਹ ਬਚਪਨ ਚ ਭਾਵੇਂ ਲਾਡ ਪਿਆਰ ਤੇ ਮੂੰਹ ਫੱਟ ਹੀ ਕਿਉਂ ਨਾ ਹੋਵੇ, ਪਰ ਜਦੋਂ ਉਹ ਸਮਝਦੀ ਹੈ ਕਿ ਮੈਂ ਹੁਣ ਕਿਸੇ ਦੀ ਅਮਾਨਤ ਹਾਂ, ਕਿਸੇ ਦੀ ਮੰਗ ਹਾਂ, ਉਹ ਦਿਨ ਤੋਂ ਫਿਰ ਉਹ ਆਪਣਾ ਵਰਤਣ ਵਿਹਾਰ ਸੰਕੋਚਮਾ ਕਰ ਲੈਂਦੀ ਹੈ ਕਿ ਮੈਂ ਕਿਸੇ ਦੀ ਅਮਾਨਤ ਹਾਂ। ਮੇਰਾ ਕੋਈ ਕਰਮ ਏਦਾਂ ਦਾ ਨਾ ਜਿਹੜਾ ਹੋ ਜਾਵੇ ਜਿਹਦੇ ਨਾਲ ਮੇਰੇ ਸਹੁਰੇ ਪਰਿਵਾਰ ਤੱਕ ਗੱਲ ਜਾਵੇ ਤੇ ਮੇਰੀ ਹੇਠੀ ਹੋਵੇ। ਸੋ ਇਹ ਹੁੰਦਾ ਪੇਕੇ ਘਰ ਚ ਰਹਿੰਦਿਆਂ ਪਤੀ ਨੂੰ ਜਾਣਨਾ ਕਿ ਮੇਰੇ ਪਤੀ ਦਾ ਮਾਨ ਅਮਾਨ ਮੇਰੇ ਨਾਲ ਜੁੜਿਆ ਹੋਇਆ। ਇਸ ਕਰਕੇ ਸੰਕੋਚ ਵਿੱਚ ਰਵੇ, ਸੰਕੋਚ ਵਿੱਚ ਬੋਲੇ, ਸੰਜਮ ਚ ਬੋਲੇ, ਚੰਗਾ ਬੋਲੇ ਤੇ ਚੰਗੇ ਗੁਣ ਗ੍ਰਹਿਣ ਕਰੇ। ਇਹ ਹੁੰਦਾ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੀ ਪਤੀ ਨੂੰ ਅੰਗ ਸੰਗ ਜਾਣਨਾ। ਕਈ ਗੁਰਸਿੱਖ ਉਹ ਜੇ ਜੀਵਨ ਸਾਥੀ ਚਲਿਆ ਵੀ ਜਾਵੇ ਤਦ ਵੀ ਉਹਨੂੰ ਅੰਗ ਸੰਗ ਮੰਨ ਕੇ ਚੱਲਦੇ ਨੇ, ਇੰਨਾ ਉਹਨਾਂ ਦਾ ਘਨਿਸ਼ਟ ਪਿਆਰ ਹੁੰਦਾ। ਤੇ ਇੱਕ ਹੁੰਦਾ ਪੇਕੇ ਘਰ ਦੇ ਵਿੱਚ ਰਹਿੰਦੇ ਅਜੇ ਆਨੰਦ ਕਾਰਜ ਨਹੀਂ ਹੋਇਆ, ਵਿਆਹ ਸ਼ਾਦੀ ਨਹੀਂ ਹੋਇਆ, ਪਰ ਆਪਣੇ ਜੀਵਨ ਨੂੰ ਉੱਥੇ ਰੱਖਣਾ ਜਿਹਦੇ ਨਾਲ ਪੇਕੇ ਘਰ ਦੀ ਵੀ ਸ਼ੋਭਾ ਹੋਵੇ, ਸਹੁਰੇ ਘਰ ਦੀ ਵੀ ਸ਼ੋਭਾ ਹੋਵੇ। ਕਿ ਫਲਾਣੇ ਦੀ ਭਾਈ ਬਹੂ, ਫਲਾਣੇ ਦੇ ਘਰ ਵਾਲੀ ਬੜੀ ਸਾਊ ਹੈ, ਉਹਦੀ ਤੇ 15-20 ਪਿੰਡਾਂ ਦੇ ਵਿੱਚ ਉਹਦੀ ਸ਼ੋਭਾ ਹੈ, ਸਿਉਣਾ ਪਰੋਣਾ ਖਿਲਾਉਣਾ ਪਕਾਉਣਾ ਸਭ ਜਾਣਦੀ ਹੈ।
ਸੋ ਇਹ ਹੁੰਦਾ ਪੇਕੇ ਘਰ ਚ ਰਹਿੰਦਿਆਂ ਪਤੀ ਨੂੰ ਅੰਗ ਸੰਗ ਜਾਣਨਾ। ਪਈੜ ਫਿਰ ਜਾਤੋਂ ਨਾ, ਮਨਮੁਖ ਬੰਦੇ ਦੀ ਗੱਲ ਹੈ ਨਾ, ਵੀ ਉਹਨੇ ਪੇਕੇ ਘਰ ਚ ਰਹਿੰਦਿਆਂ ਉਸ ਔਰਤ ਵਾਂਗੂ ਪਤੀ ਦੀ ਪਰਵਾਹ ਹੀ ਨਹੀਂ ਕੀਤੀ। ਜੋ ਜੀ ਆਇਆ ਬੋਲ ਦਿੱਤਾ, ਜੋ ਜੀ ਆਇਆ ਕਹਿ ਦਿੱਤਾ, ਮਾਂ ਪਿਓ ਨੂੰ ਵੀ ਤੇ ਕਹਦੇ ਮੈਨੂੰ ਕਿਸੇ ਦੀ ਪਰਵਾਹ ਹੀ ਨਹੀਂ। ਇਹ ਗੱਲਾਂ ਵਸੇਬੇ ਵਾਲੀਆਂ ਨਹੀਂ ਹੁੰਦੀਆਂ। ਸਿਆਣੀ ਮਾਂ, ਸਿਆਣੀ ਦਾਦੀ, ਨਾਨੀ, ਚਾਚੀ, ਤਾਈ ਆਪਣੀ ਬੱਚੀ ਨੂੰ ਸ਼ੁਭ ਸਿੱਖਿਆ ਕਿ ਬੱਚੀ ਇਹ ਤੇਰਾ ਸਰੀਰ ਕਿਸੇ ਦੀ ਅਮਾਨਤ ਹੈ, ਮਨ ਕਿਸੇ ਦੀ ਅਮਾਨਤ ਹੈ, ਮਨ ਵੀ ਤੇ ਸਰੀਰ ਕਰਕੇ ਕਿਤੇ ਡੋਲ ਨਾ ਜਾਵੀਂ। ਸੋ ਜਿਹਨੇ ਸੰਸਾਰ ਰੂਪੀ ਮਾਤਲੋਕ ਰੂਪੀ ਪੇਕੇ ਘਰ ਵਿੱਚ ਰਹਿੰਦਿਆਂ ਇਹ ਗੱਲਾਂ ਸਮਝ ਲਈਆਂ, ਉਹਨੂੰ ਤਾਂ ਨਹੀਂ ਕੋਈ ਪਰਵਾਹ। ਤੇ ਜਿਹਨੇ ਪਈੜਾ ਫਿਰ ਜਾਤੋਂ ਨਾ ਹੀ ਝੂਠ ਵਿਛੁੰਨੀ ਰੋਵੈ ਤਾਹੀ, ਉਹਨੂੰ ਫਿਰ ਅੰਤ ਨੂੰ ਝੂਠੀ ਨੂੰ, ਕੂੜਿਆਰ ਜ਼ਿੰਦਗੀ ਵਾਲੀ ਨੂੰ, ਵਿਛੁੰਨੀ ਵਿਛੜੀ ਹੋਈ ਰੋਵੈ ਤਾਈ। ਇੱਕ ਥਾਂ ਨਾਤਾ ਟੁੱਟਿਆ, ਦੂਜੇ ਥਾਂ ਜੋੜਿਆ, ਉੱਥੋਂ ਟੁੱਟਿਆ, ਤੀਜੇ ਥਾਂ ਜੋੜਿਆ। ਮਨਮੁਖ ਬੰਦੇ ਦੀ ਵੀ ਤਾਂ ਗੱਲ ਏਦਾਂ ਹੀ ਹੈ। ਗੰਗਾ ਗਏ ਗੰਗਾ ਰਾਮ ਬਣ ਗਏ, ਜਮਨਾ ਗਏ ਜਮਨਾ ਦਾਸ ਬਣ ਗਏ, ਗੋਦਾਵਰੀ ਗਏ ਗੋਦਾਵਰ ਰਾਮ ਬਣ ਗਏ। ਇਹ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਝੂਠ ਵਿਛੁੰਨੀ ਰੋਵੈ ਤਾਵੀ, ਅਵਗਣ ਮੁੱਠੀ ਮੈਲ ਨ ਪਾਏ, ਅਵਗੁਣ ਗੁਣ ਬਖਸ਼ਾ ਬਣਿਆ। ਅਵਗਣਾਂ ਦੇ ਦੁਆਰਾ ਠੱਗੀ ਹੋਈ ਆਪਣੇ ਸਵੈ ਸਰੂਪ ਨੂੰ ਪਾ ਨਹੀਂ ਸਕਦੀ, ਅਵਗਣ ਗੁਣ ਬਖਸ਼ਾ ਬਣਿਆ। ਲੋੜ ਤਾਂ ਇਹ ਹੈ ਵੀ ਔਗਣਾਂ ਨੂੰ ਤਿਆਗ ਕੇ ਤੇ ਗੁਣ ਗ੍ਰਹਿਣ ਕਰ ਲਈਏ, ਔਗਣ ਬਖਸ਼ੇ ਜਾਣਗੇ। ਪਈੜਾ ਜਨ ਜਾਤਾ ਪਿਆਰਾ, ਗੁਰਮੁਖ ਬੂਝੈ ਤਤ ਵਿਚਾਰਾ। ਹੁਣ ਅਗਲੀ ਗੱਲ ਦੂਸਰਾ ਪਾਸਾ ਕਿ ਸੰਸਾਰ ਰੂਪੀ ਪੇਕੇ ਘਰ ਦੇ ਵਿੱਚ ਰਹਿੰਦਿਆਂ ਜਿਨ੍ਹਾਂ ਨੇ ਜਾਤਾ ਪਿਆਰਾ, ਪਿਆਰੇ ਨੂੰ ਜਾਣ ਲਿਆ ਕਿ ਕੋਈ ਮੇਰਾ ਹੈ, ਮੇਰਾ ਪਿਆਰਾ ਪ੍ਰੀਤਮ ਵਾਹਿਗੁਰੂ, ਉਹ ਪਤੀ ਪਰਮਾਤਮਾ, ਮੈਂ ਉਸ ਦੀ ਅੰਸ਼ ਹਾਂ। ਪਈੜਾ ਜਨ ਜਾਤਾ ਪਿਆਰਾ, ਗੁਰਮੁਖ ਬੂਝੈ ਤਤ ਵਿਚਾਰਾ। ਗੁਰਮੁਖ ਜਨ ਇਸ ਗਿਆਨ ਵਾਲੀ ਬਾਤ ਨੂੰ, ਵਿਚਾਰ ਨੂੰ ਬੁੱਝਦੇ ਨੇ, ਸਮਝਦੇ ਨੇ। ਆਵਣ ਜਾਣਾ ਠਾਕ ਰਹਾਏ, ਸੱਚਾ ਨਾਮ ਸਮਾਵਣਿਆ। ਆਉਣਾ ਜਾਣਾ ਜੰਮਣਾ ਮਰਨਾ ਉਹਨਾਂ ਦਾ ਠਾਕ ਰੁਕ ਜਾਂਦਾ, ਮੁੱਕ ਜਾਂਦਾ। ਸੱਚਾ ਨਾਮ ਸਮਾਵਣਿਆ, ਸੱਚੇ ਨਾਮ ਦੇ ਜਰੀਏ ਨਾਮੀ ਦੇ ਵਿੱਚ ਅਭੇਦ ਹੋ ਜਾਂਦੇ ਹਨ। ਗੁਰਮੁਖ ਬੂਝੈ ਅਕਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਗੁਰਮੁਖ ਜਨ ਬੁੱਝਦੇ ਨੇ ਉਸ ਗੱਲ ਨੂੰ, ਅਕਥ ਕਥਾ ਨੂੰ ਅਕਥ ਕਹਾਵੈ। ਜੋ ਪਰਮਾਤਮਾ ਅਕਥ ਹੈ, ਗੁਰਮੁਖ ਗੁਰਬਾਣੀ ਦੁਆਰਾ ਉਸ ਅਕਥ ਵਾਹਿਗੁਰੂ ਨੂੰ ਬੁੱਝਦੇ ਨੇ, ਸਮਝਦੇ ਨੇ। ਸੱਚੇ ਠਾਕੁਰ, ਸੱਚੇ ਠਾਕੁਰ ਦੀ ਸਿਫਤ ਕਰਦੇ ਨੇ। ਸਾਚੋ ਭਾਵੇ, ਸੱਚਾ ਕਰਮ ਨਾਮ ਜਪਣਾ ਹੀ ਉਹਨਾਂ ਨੂੰ ਭਾਉਂਦਾ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਨਾਨਕ ਇਹ ਸੱਚ ਬੇਨਤੀ ਬਿਆਨ ਕਰਦਾ। ਨਾਨਕ ਸੱਚ ਕਹੈ ਬੇਨੰਤੀ, ਇਹ ਬੇਨੰਤੀ ਸੱਚ ਜਾਣਿਓ, ਸੱਚ ਮਿਲੈ ਗੁਣ ਗਾਵਣਿਆ। ਗੁਣ ਗਾਉਂਦਿਆਂ ਨੂੰ ਸੱਚਾ ਪ੍ਰਭੂ ਮਿਲਦਾ ਹੈ। ਗੁਣ ਗਾਇਨ ਕਰਨ ਵਾਲਿਆਂ ਨੂੰ, ਪ੍ਰਭੂ ਦੀ ਸਿਫਤ ਸਲਾਹ ਕਰਨ ਵਾਲਿਆਂ ਨੂੰ ਸੱਚਾ ਪ੍ਰਭੂ ਪ੍ਰਾਪਤ ਹੁੰਦਾ ਹੈ ਜੀ। ਸੋ ਇਸ ਪ੍ਰਕਾਰ ਇੱਥੇ ਹੀ ਸਮੇਂ ਦੇ ਨਾਲ ਸਮਾਪਤੀ ਹੈ। ਭਲਕੇ ਸ਼ਬਦ ਆਵੇਗਾ। ਮਾਝ ਮਹੱਲਾ ਤੀਜਾ ਘਰ ਪਹਿਲਾ। ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ। ਇੱਥੋਂ ਕਥਾ ਵਿਚਾਰ ਅੱਗੇ ਭਲਕਦੇ ਸਮੇਂ ਅੱਗੇ ਟੁਰੇਗੀ। ਸਾਹਿਬ ਜੀ ਸਭਨਾਂ ਦਾ ਗਾਵਿਆ ਸੁਣਿਆ ਥਾਂ ਪਾਉਣ, ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ, ਸਭਨਾਂ ਦੇ ਦਰਾਂ ਘਰਾਂ ਅੰਦਰ ਸੁਖ ਆਨੰਦ ਮੰਗਲਾਚਾਰ ਰੱਖਣ। ਆਓ ਹੁਣ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ। ਅਰਦਾਸ ਬੇਨਤੀ ਹੋਵੇਗੀ। ਗੁਰਮੁਖ ਬੂਝੈ ਅਕਥ ਕਹਾਵੈ, ਸੱਚੇ ਠਾਕੁਰ ਸਾਚੋ ਭਾਵੈ। ਨਾਨਕ ਸੱਚ ਕਹੈ ਬੇਨੰਤੀ, ਸੱਚ ਮਿਲੈ ਗੁਣ ਗਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ,
अविनाशी अगनाश। हे पूरन हे सर्ब मैं दुख भंजन गुण तास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे है पियोवनहार। हे संता कै सदा संग निदारा आधार। हे ठाकुर हूँ दास रो मैं निर्गुण गुण नहीं कोय। नानक दीजै नाम दान राखो ही परोय। आए प्रभ शरणागति कृपा निध दयाल। एक अखर हर मन बस्त नानक होत निहाल। वाहिगुरु नाम जहाज है चढ़ै सो तुरह पार। जो शरदा कर सेवंदे गुर पार उतारन हार। जो शरदा कर सेवंदे गुर पार उतारन हार। वाहिगुरु जी का खालसा वाहिगुरु जी की फतेह। वाहिगुरु तो